Hello friends, welcome to the channel Easy Learning of Class 11। सो अजे तक ਆਪਾਂ ਚੈਪਟਰ 1 ਦੇ ਕੁਝ ਟੌਪਿਕ ਡਿਸਕਸ ਕੀਤੇ ਹੈ। ਠੀਕ ਹੈ, ਹੁਣ ਆਪਾਂ ਉਸ ਤੋਂ ਅੱਗੇ ਪ੍ਰੋਸੀਡ ਕਰਾਂਗੇ ਔਰ ਉਹਦੇ ਵਿੱਚ ਕੀ ਹੈ, ਅੱਗੇ ਥੋੜੇ ਟੌਪਿਕਸ ਹੈ ਜਿੱਦਾਂ ਮਾਸ ਕੀ ਹੁੰਦਾ ਹੈ, weight ਕੀ ਹੁੰਦਾ ਹੈ, ਲੈਂਥ ਇਦਾਂ ਦੇ SI ਸਟੈਂਡਰਡਸ ਕੀ ਹੁੰਦੇ ਆ। ਠੀਕ ਹੈ, ਤੇ ਉਸ ਤੋਂ ਬਾਅਦ ਸਿਗਨੀਫੀਕੈਂਟ ਫਿਗਰਸ ਕੀ ਹੁੰਦੀਆਂ ਹੈ। ਠੀਕ ਹੈ, ਜੇ ਵੈਸੇ ਤਾਂ ਮੈਨੂੰ ਲੱਗਦਾ ਹੈ ਟੌਪਿਕ ਥੋੜੇ ਈਜ਼ੀ ਨੇ, ਪੜ੍ਹ ਕੇ ਸਮਝ ਲੱਗ ਜਾਣਗੇ। ਜੇ ਨਾ ਸਮਝ ਲੱਗਿਆ ਤੁਸੀਂ ਕੋਈ ਗੱਲ ਨਹੀਂ, ਮੈਨੂੰ ਕਮੈਂਟ ਸੈਕਸ਼ਨ 'ਚ ਦੱਸ ਦਿਓ, ਫਿਰ ਆਪਾਂ ਉਹ ਤੋਂ ਅੱਗੇ ਵੀ ਵੀਡੀਓ ਬਣਾ ਲਾਂਗੇ। ਸੋ ਹੁਣ ਜਿਹੜਾ ਮੇਨ ਚੈਪਟਰ ਆਪਣਾ ਸਟਾਰਟ ਹੁੰਦਾ ਹੈ, ਇਹ ਹੁੰਦਾ ਹੈ 1.5। ਜਿੱਥੇ ਲਿਖਿਆ ਹੋਇਆ ਉੱਥੇ ਲਿਖਿਆ ਲਾਜ਼ ਆਫ ਕੈਮੀਕਲ ਕੰਬੀਨੇਸ਼ਨ, ਮਤਲਬ ਆਪਾਂ ਕੈਮਿਸਟਰੀ ਪੜ੍ਹਨੀ ਹੈ, ਕੈਮੀਕਲਸ ਨੂੰ ਕੰਬਾਈਨ ਕਰਨਾ ਆ। ਸੋ ਉਹਦੇ ਕੁਝ ਰੂਲਸ ਹੁੰਦੇ। ਠੀਕ ਹੈ, ਹੁਣ ਜਿੱਦਾਂ ਆਪਾਂ ਇੰਡੀਆ 'ਚ ਰਹਿੰਦੇ ਹਾਂ, ਸਾਡਾ ਕੌਨਸਟੀਟਿਊਸ਼ਨ ਹੈ, ਸੰਵਿਧਾਨ ਹੈ, ਉਹਦੇ 'ਚ ਕੀ ਹੈ, ਕੁਝ ਰੂਲਸ ਆ ਜਿਹੜੇ ਸਾਨੂੰ ਫੋਲੋ ਕਰਨੇ ਪੈਂਦੇ ਆ। ਇੱਦਾਂ ਹੀ ਕੈਮਿਸਟ ਨੇ ਵੀ ਕੁਝ ਰੂਲਸ ਬਣਾਏ ਹੋਣਗੇ। ਠੀਕ ਹੈ, ਸੋ ਇਹੀ ਰੂਲ ਆਪਾਂ ਪੜ੍ਹਾਂਗੇ ਹੁਣ ਇੱਕ ਇੱਕ ਕਰਕੇ। ਸੋ ਸਭ ਤੋਂ ਪਹਿਲਾ ਰੂਲ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਠੀਕ ਹੈ, ਇੱਥੇ ਲਿਖਿਆ ਹੋਇਆ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਇੱਥੇ ਕੀ ਲਿਖਿਆ ਹੋਇਆ, ਸਭ ਤੋਂ ਪਹਿਲਾਂ ਤਾਂ ਇਹ ਦਿੱਤਾ ਕਿਹਨੇ, ਹੁਣ ਸਾਨੂੰ ਪਤਾ ਤਾਂ ਹੋਵੇ ਦਿੱਤਾ ਕਿਹਨੇ ਆ। ਸੋ ਸਭ ਤੋਂ ਪਹਿਲਾਂ ਇਹ ਦਿੱਤਾ ਹੈ ਸਾਨੂੰ ਐਂਟੋਨ ਲੈਵੂਜ਼ੀਅਰ। ਕਿਹਨੇ ਦਿੱਤਾ ਸੀ? ਐਂਟੋਨ ਲੈਵੂਜ਼ੀਅਰ ਨੇ ਦਿੱਤਾ ਸੀ। ਇਹ ਲਾਅ ਕੀ ਕਹਿੰਦਾ ਹੈ, ਨਾਮ ਤੋਂ ਪੜ੍ਹੋ, ਪਹਿਲਾਂ ਨਾਮ ਪੜ੍ਹੋ। ਲਾਅ ਆਫ ਕੰਜ਼ਰਵੇਸ਼ਨ ਆਫ ਮਾਸ। ਕੰਜ਼ਰਵ ਵਰਡ ਦਾ ਮਤਲਬ ਕੀ ਹੁੰਦਾ? ਕੰਜ਼ਰਵ ਮੀਨ ਹੁੰਦਾ ਹੈ ਜਿਹੜੀ ਚੀਜ਼ ਅਸੀਂ ਸਾਂਭ ਕੇ ਰੱਖੀ ਹੈ, ਮਤਲਬ ਜਿੰਨੀ ਮੇਰੇ ਕੋਲ ਪਹਿਲਾਂ ਸੀ ਉਨੀ ਮੇਰੇ ਕੋਲ ਹੁਣ ਪਈ ਹੈ। ਠੀਕ ਹੈ, ਸੋ ਇਹਦਾ ਲਾਅ ਕੀ ਕਹਿੰਦਾ ਹੈ? ਇਟ ਸਟੇਟਸ ਦੈਟ ਮੈਟਰ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਠੀਕ ਹੈ, ਸੋ ਮੈਟਰ ਆਪਾਂ ਪੜ੍ਹ ਚੁੱਕੇ ਹਾਂ। ਮੈਟਰ ਕੀ ਹੈ? ਕੋਈ ਵੀ ਚੀਜ਼ ਜਿਹਦਾ ਕੋਈ ਵੇਟ ਹੁੰਦਾ ਹੈ ਔਰ ਕੋਈ ਜਗ੍ਹਾ ਘੇਰਦੀ, ਉਹਨੂੰ ਆਪਾਂ ਮੈਟਰ ਕਹਿੰਦੇ ਹਾਂ। ਠੀਕ ਹੈ, ਸੋ ਇਹ ਲਾਅ ਕੀ ਕਹਿੰਦਾ ਹੈ ਵੀ ਮੈਟਰ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ। ਨਾਈਦਰ ਤੇ ਨੋਰ ਵਰਡ ਆਪਾਂ ਇੰਗਲਿਸ਼ 'ਚ ਪੜ੍ਹਦੇ ਹਾਂ ਜਦੋਂ ਆਪਾਂ ਕਹੀਏ ਨਾ ਤਾਂ ਆਹ ਚੀਜ਼ ਹੁੰਦੀ ਹੈ ਨਾ ਤਾਂ ਆਹ ਚੀਜ਼ ਹੁੰਦੀ। ਸੋ ਇਹ ਤਾਂ ਇੰਗਲਿਸ਼ ਦੇ ਵਰਡਸ ਹੋ ਗਏ। ਸੋ ਮੈਟਰ ਜਿਹੜਾ ਆ ਉਹ ਕਦੀ ਵੀ ਨਾ ਤਾਂ ਆਪਾਂ ਉਹਨੂੰ ਕ੍ਰੀਏਟ ਕਰ ਸਕਦੇ ਹਾਂ, ਮਤਲਬ ਬਣਾ ਸਕਦੇ ਹਾਂ, ਔਰ ਨਾ ਹੀ ਆਪਾਂ ਉਹਨੂੰ ਡਿਸਟਰੋਏ ਕਰ ਸਕਦੇ ਹਾਂ, ਖਤਮ ਕਰ ਸਕਦੇ ਹਾਂ। ਆਪਾਂ ਸਿਰਫ ਇੱਕ ਫਾਰਮ ਤੋਂ ਦੂਜੀ ਫਾਰਮ 'ਚ ਬਣਾ ਸਕਦੇ। ਇਹਦੇ ਐਗਜ਼ਾਮਪਲ ਲੈ ਲਾਂ ਸੌਖੀ ਜੀ, ਆਪਾਂ ਆਟਾ ਗੁੰਨਦੇ ਹਾਂ ਨਾ, ਆਪਾਂ ਰੋਟੀ ਬਣਾਉਂਦੇ ਹਾਂ। ਰੋਟੀ ਕਿੱਦਾਂ ਬਣਾਉਂਦੇ ਹਾਂ? ਆਪਾਂ ਆਟਾ ਲੈਂਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਕੀ ਹੁੰਦਾ? ਆਟਾ ਹੁੰਦਾ, ਫਲੋਰ ਹੁੰਦਾ। ਠੀਕ ਹੈ, ਫਿਰ ਉਹਦੇ 'ਚ ਆਪਾਂ ਪਾਣੀ ਪਾ ਕੇ ਉਹਨੂੰ ਗੁੰਨ ਲੈਂਦੇ ਹਾਂ। ਉਸ ਤੋਂ ਬਾਅਦ ਆਪਾਂ ਉਹਦੀ ਰੋਟੀ ਗੋਲ ਕਰ ਲੈਂਦੇ ਹਾਂ, ਪੇੜੇ ਬਣਾ ਕੇ ਰੋਟੀ ਬਣਾ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਉਹਨੂੰ ਪਕਾ ਲੈਂਦੇ ਹਾਂ। ਸੋ ਹੈ ਤਾਂ ਐਕਚੁਅਲ ਜੀ ਉਹ ਆਟਾ ਹੀ ਸੀ, ਕਣਕ ਹੀ ਸੀ। ਉਹਨੂੰ ਆਪਾਂ ਨਾ ਦਾ ਕੁਝ ਬਣਾਇਆ ਉਹਦੇ 'ਚ, ਨਾ ਹੀ ਆਪਾਂ ਕੁਛ ਐਡ ਕੀਤਾ। ਸਿਰਫ ਆਪਾਂ ਕੀ ਕੀਤਾ, ਉਹਨੂੰ ਡਿਫਰੈਂਟ ਫਾਰਮਸ ਦੇ ਕੇ ਆਪਾਂ ਰੋਟੀ ਬਣਾ ਲਈ। ਸਭ ਤੋਂ ਪਹਿਲਾਂ ਆਪਾਂ ਉਹਨੂੰ ਮੋਲਡ ਕੀਤਾ। ਠੀਕ ਹੈ, ਗੁੰਨਿਆ, ਫਿਰ ਉਸ ਤੋਂ ਬਾਅਦ ਆਪਾਂ ਉਹਨੂੰ ਗੋਲ ਕੀਤਾ। ਚੀਜ਼ ਤਾਂ ਸੇਮ ਹੀ ਰਹੀ ਹੈ, ਸਿਰਫ ਉਹਦੀਆਂ ਫਾਰਮਸ ਚੇਂਜ ਹੋ ਰਹੀਆਂ। ਸੋ ਇਸੇ ਤਰ੍ਹਾਂ ਜਦੋਂ ਆਪਾਂ ਕੋਈ ਵੀ ਕੈਮੀਕਲ ਰਿਐਕਸ਼ਨਸ ਕਰਾਂਗੇ, ਕੋਈ ਵੀ ਚੀਜ਼ ਨਵੀਂ ਨਹੀਂ ਬਣੇਗੀ ਜਾਂ ਕੋਈ ਪੁਰਾਣੀ ਚੀਜ਼ ਖਤਮ ਨਹੀਂ ਹੋਏਗੀ। ਸਿਰਫ ਕੀ ਹੋਏਗਾ, ਇੱਕ ਫਾਰਮ ਤੋਂ ਦੂਜੀ ਫਾਰਮ ਕਨਵਰਟ ਹੋ ਸਕਦਾ। ਸੋ ਆਪਾਂ ਕਹਾਂਗੇ ਕਿ ਮੈਟਰ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਏ। ਠੀਕ ਹੈ, ਸੋ ਪਹਿਲਾਂ ਤਾਂ ਜਸਟ ਆਪਾਂ ਇਹਦੀਆਂ ਡੈਫੀਨੇਸ਼ਨਸ ਹੀ ਪੜ੍ਹਾਂਗੇ, ਫਿਰ ਉਹਨਾਂ ਦੀਆਂ ਕੁਝ ਲਿਮਿਟੇਸ਼ਨਸ ਵੀ ਹੁੰਦੀਆਂ ਵੀ ਕਿਹੜੀ ਚੀਜ਼ ਕਿੱਥੇ ਫੋਲੋ ਨਹੀਂ ਹੁੰਦੀ, ਉਹ ਬਾਅਦ ਦੀ ਗੱਲ ਹੈ। ਪਹਿਲਾਂ ਸਾਨੂੰ ਡੈਫੀਨੇਸ਼ਨਸ ਕਲੀਅਰ ਹੋਣੀਆਂ ਚਾਹੀਦੀਆਂ। ਜੇ ਤੁਸੀਂ +1 ਦੇ ਸਟੂਡੈਂਟ ਹੈ, ਤੁਹਾਨੂੰ ਲਿਮਿਟੇਸ਼ਨਸ ਪੜ੍ਹਨ ਦੀ ਇੰਨੀ ਜ਼ਰੂਰਤ ਨਹੀਂ ਹੈਗੀ, ਪਰ ਅਗਰ ਤੁਸੀਂ ਅੱਗੇ ਜਾ ਕੇ JEE ਜਾਂ ਨੀਟ ਦਾ ਐਗਜ਼ਾਮ ਦੇਣਾ ਤਾਂ ਉਹਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਇਹਦੇ 'ਚ ਐਲੈਬੋਰੇਟ ਕਰਨਾ ਪਏਗਾ। ਸੋ ਫਿਲਹਾਲ ਤੁਸੀਂ ਸਿਰਫ ਡੈਫੀਨੇਸ਼ਨਸ 'ਤੇ ਕਲੀਅਰ ਕਰੋ, ਔਰ ਮੇ ਬੀ ਇਹ ਪੇਪਰ 'ਚ ਵੀ ਆ ਜਾਂਦੇ ਹੁੰਦੇ ਕੁਐਸਚਨਸ, ਲਾਜ਼ ਦੀਆਂ ਡੈਫੀਨੇਸ਼ਨ। ਸੋ ਨੈਕਸਟ ਲਾਅ ਹੈ ਲਾਅ ਆਫ ਡੈਫੀਨੇਟ ਪ੍ਰਪੋਰਸ਼ਨਸ। ਨਾਮ ਪਹਿਲਾਂ ਪੜ੍ਹੋ ਧਿਆਨ ਨਾਲ। ਲਾਅ ਆਫ ਡੈਫੀਨੇਟ ਪ੍ਰਪੋਰਸ਼ਨ। ਡੈਫੀਨੇਟ ਮਤਲਬ ਕੀ ਹੁੰਦਾ? ਫਿਕਸ। ਮੈਂ ਡੈਫੀਨੇਟ ਕਹਾਂ ਮੇਰੇ ਕੋਲ ਇੰਨੀ ਚੀਜ਼ ਆ, ਮੇਰੇ ਕੋਲ ਡੈਫੀਨੇਟ ਚੀਜ਼ ਆ, ਮਤਲਬ ਮੇਰੇ ਕੋਲ 10 ਪੈਨ ਆ ਤੇ ਮੇਰੇ ਕੋਲ 10 ਹੈ, ਮੈਨੂੰ ਪੂਰੀ ਜਾਣਕਾਰੀ ਹੈ ਵੀ ਮੇਰੇ ਕੋਲ ਇੰਨੀ ਚੀਜ਼ ਹੈਗੀ ਆ। ਪ੍ਰਪੋਰਸ਼ਨ ਮਤਲਬ ਕੀ ਹੁੰਦਾ ਹੈ? ਪ੍ਰਪੋਰਸ਼ਨ ਆਪਾਂ ਸਮਝ ਸਕਦੇ ਹਾਂ, ਆਪਾਂ ਕੋਈ ਚੀਜ਼ ਕਿੱਦਾਂ ਬਣਾਉਣੀ ਹੈ। ਠੀਕ ਹੈ, ਸੋ ਚਲੋ ਅੱਗੇ ਆਪਾਂ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਤਾਂ ਇਹ ਦਿੱਤਾ ਕਿਹਨੇ ਹੈ? ਇਹ ਦਿੱਤਾ ਹੋਇਆ ਆ ਫ੍ਰੈਂਚ ਕੈਮਿਸਟ ਜੋਸਫ ਪ੍ਰੋਸ ਨੇ। ਕੀ ਨਾਮ ਹੈ ਉਹਦਾ? ਜੋਸਫ ਪ੍ਰੋਸ ਨੇ ਦਿੱਤਾ ਹੈ, ਕੈਮਿਸਟ ਨੇ। ਉਹਨਾਂ ਨੇ ਲਾਅ ਦਿੱਤਾ ਹੈ। ਉਹ ਕੀ ਕਹਿੰਦੇ ਆ? A given compound always contain exactly the same proportion of elements by weight। ਕਹਿੰਦਾ ਕੋਈ ਵੀ ਕੰਪਾਊਂਡ ਹੈ, ਸੋ ਕੰਪਾਊਂਡ ਕੀ ਹੈ? ਕੋਈ ਵੀ ਕੰਪਾਊਂਡ ਹੈ ਉਹ ਉਹੀ ਚੀਜ਼ਾਂ ਤੋਂ ਮਿਲ ਕੇ ਬਣੇਗਾ ਤੇ ਉਸੇ ਹੀ ਪ੍ਰਪੋਰਸ਼ਨ 'ਚ। ਫੋਰ ਐਗਜ਼ਾਮਪਲ ਮੈਂ ਛੋਟੀ ਜਿਹੀ ਐਗਜ਼ਾਮਪਲ ਲੈ ਲਾਂ, ਮੇਬੀ ਮੈਂ ਪਿੱਛੇ ਵੀ ਡਿਸਕਸ ਕੀਤੀ ਸੀ ਵਾਟਰ। ਠੀਕ ਹੈ, ਔਰ ਪਹਿਲੀ ਗੱਲ ਤਾਂ ਕੰਪਾਊਂਡ ਕੀ ਹੁੰਦਾ ਹੈ? ਕੰਪਾਊਂਡ ਦੀ ਆਪਾਂ ਡੈਫੀਨੇਸ਼ਨ ਪਿੱਛੇ ਕਲੀਅਰ ਕੀਤੀ ਸੀ। ਕੰਪਾਊਂਡ ਕੀ ਹੁੰਦਾ ਹੈ? ਦੋ ਜਾਂ ਦੋ ਤੋਂ ਜ਼ਿਆਦਾ ਐਲੀਮੈਂਟਸ ਨੂੰ ਜਦੋਂ ਮੈਂ ਕੰਬਾਈਨ ਕਰਤਾ ਇਨ ਫਿਕਸਡ ਰੇਸ਼ੋ, ਠੀਕ ਹੈ, ਉਹਨੂੰ ਮੈਂ ਕੰਪਾਊਂਡ ਕਹਿੰਦੇ। ਜੇ ਤੁਹਾਨੂੰ ਕੰਪਾਊਂਡ ਕਲੀਅਰ ਹੈ ਤਾਂ ਤੁਹਾਨੂੰ ਇਹ ਲਾਅ ਈਜ਼ੀਲੀ ਸਮਝ ਆ ਜਾਏਗਾ। ਜੇ ਤੁਹਾਨੂੰ ਕੰਪਾਊਂਡ ਨਹੀਂ ਕਲੀਅਰ ਹੈਗਾ, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੱਸ ਦਿਓ, ਮੈਂ ਕੰਪਾਊਂਡ ਦੁਆਰਾ ਤਰੀਕੇ ਨਾਲ ਥੋੜ੍ਹਾ ਇਲੈਬੋਰੇਟ ਤਰੀਕੇ ਨਾਲ ਉਹਨੂੰ ਐਕਸਪਲੇਨ ਕਰ ਦਾਂਗੀ। ਠੀਕ ਹੈ, ਸੋ ਕੰਪਾਊਂਡ ਵਿੱਚ ਕੀ ਆ? ਆਪਾਂ ਕੰਪਾਊਂਡ 'ਚ ਪੜ੍ਹਿਆ ਸੀ, ਵਾਟਰ ਦੀ ਐਗਜ਼ਾਮਪਲ ਲਈ ਸੀ। ਵਾਟਰ ਇਜ਼ H2O ਐਗਜ਼ਾਮਪਲ ਲਈ ਸੀ। ਠੀਕ ਹੈ,
सो H2O ਦੇ ਵਿੱਚ ਕੀ ਹੈ, 2 ਹਾਈਡਰੋਜਨ ਦੇ ਐਟਮਸ ਔਰ 1 ਆਕਸੀਜਨ ਦਾ, ਔਰ ਮਿਲ ਕੇ ਕੀ ਬਣਾਤਾ ਵਾਟਰ। ਮੈਂ ਤੁਹਾਨੂੰ ਉੱਥੇ ਦੱਸਿਆ ਸੀ ਹੁਣ ਇੱਥੇ ਸਾਡੀ ਮਰਜ਼ੀ ਨਹੀਂ ਹੈਗੀ ਵੀ ਅਸੀਂ ਹਾਈਡਰੋਜਨ ਦੇ 3 ਪਾ ਲਈਏ ਜਾਂ ਆਕਸੀਜਨ ਦੇ 2 ਪਾ ਜਾਈਏ। ਨੋ, ਵਾਟਰ ਹਮੇਸ਼ਾ ਇੱਦਾਂ ਬਣੇਗਾ ਜਦੋਂ ਹਾਈਡਰੋਜਨ ਦੇ 2 ਮਿਲਣਗੇ ਤੇ ਆਕਸੀਜਨ ਦਾ 1 ਮਿਲੇਗਾ। ਸੋ ਉਹੀ ਚੀਜ਼ ਜੋ ਆਪਾਂ ਪਿੱਛੇ ਪੜ੍ਹੀ ਸੀ ਉਹਨੂੰ ਇਹ ਲਾਅ ਐਕਚੁਅਲੀ ਐਕਸਪਲੇਨ ਕਰਦਾ ਸੀ। ਕੀ ਕਹਿੰਦਾ ਆ ਵੀ ਅ ਗਿਵਨ ਕੰਪਾਊਂਡ, ਜਿੱਦਾਂ ਮੈਂ ਵਾਟਰ ਦੀ ਐਗਜ਼ਾਮਪਲ ਲੈ ਲਈ, always contain, ਹਮੇਸ਼ਾ ਕੀ ਕਰੇਗਾ, exactly the same proportion of elements by weight। ਆਪਾਂ ਐਟਮਸ ਦੀ ਗੱਲ ਕੀਤੀ ਸੀ, ਇਹਨੇ weight ਦੀ ਗੱਲ ਕਰਤੀ ਵੀ ਉਹਨਾਂ ਦਾ weight ਜਿਹੜਾ ਐਲੀਮੈਂਟਸ ਦਾ ਸੇਮ ਪ੍ਰਪੋਰਸ਼ਨ 'ਚ ਹੋਣਾ ਚਾਹੀਦਾ। ਠੀਕ ਹੈ, ਸੋ ਗੱਲ ਉਹੀ ਹੈ ਵੀ ਕੋਈ ਵੀ ਚੀਜ਼ ਜਿਹੜੀ ਬਣਨੀ ਹੈ, ਕੋਈ ਵੀ ਕੰਪਾਊਂਡ ਬਣੇਗਾ ਉਹ ਸੇਮ ਐਲੀਮੈਂਟਸ ਤੋਂ ਮਿਲ ਕੇ ਬਣੇਗਾ ਔਰ ਜਿਨ੍ਹਾਂ ਦਾ ਕਿ weight ਪ੍ਰਪੋਰਸ਼ਨ, weight ਜਿਹੜਾ ਸੇਮ ਹੋਵੇ। ਠੀਕ ਹੈ, ਸੋ ਉਹਨੇ ਐਗਜ਼ਾਮਪਲ ਲਈ ਆ ਵੀ ਜਿਹੜਾ ਪ੍ਰੋਸ ਸੀਗਾ ਉਹਨੇ 2 ਸੈਂਪਲ 'ਤੇ ਵਰਕ ਕੀਤਾ ਸੀ, ਕਿਊਪਰਿਕ ਕਾਰਬੋਨੇਟ। ਇਹਨਾਂ ਸੋਚਣ ਦੀ ਲੋੜ ਨਹੀਂ ਹੈਗੀ, ਜਸਟ ਇਹਨੂੰ ਰੀਡ ਕਰ ਲਿਓ ਵੀ ਨੈਚੁਰਲ ਸੈਂਪਲ ਲੈ ਲਿਆ ਸੀ ਇੱਕ ਸਿੰਥੈਟਿਕ, ਔਰ ਉਹਦੇ ਵਿੱਚ ਦੇਖਿਆ ਵੀ ਚਾਹੇ ਮੈਂ ਕਿਊਪਰਿਕ ਕਾਰਬੋਨੇਟ ਲੈਬ 'ਚ ਬਣਾ ਰਹੀ ਹਾਂ, ਚਾਹੇ ਮੈਂ ਬਣਿਆ ਬਣਾਇਆ ਹੋਇਆ ਲੈ ਰਹੀ ਹਾਂ, ਉਹਦੇ ਵਿੱਚ ਕਾਪਰ ਤੇ ਆਕਸੀਜਨ ਜਾਂ ਕਾਰਬਨ ਤਿੰਨਾਂ ਦੀ ਹਮੇਸ਼ਾ ਪ੍ਰਪੋਰਸ਼ਨੇਟ ਸੇਮ ਰਹਿ ਰਹੀ ਹੈ। ਠੀਕ ਹੈ, ਸੋ ਇਹ ਤੋਂ ਮੈਨੂੰ ਕੀ ਕਲੀਅਰ ਹੋ ਰਿਹਾ ਹੈ, ਇਹਦੇ 'ਚ ਆਪਾਂ ਹੋਰ ਐਗਜ਼ਾਮਪਲ ਲੈ ਲਈਏ। ਫੋਰ ਐਗਜ਼ਾਮਪਲ ਮੈਂ ਗੱਲ ਕਰਾਂ ਵਾਟਰ H2O। ਠੀਕ ਹੈ, ਵਾਟਰ ਇਜ਼ H2O, ਇਹ ਮੈਨੂੰ ਪਤਾ ਹੈ। H2 ਹਰ ਜਗ੍ਹਾ ਵੈਲਿਡ ਹੈ। H2O ਚਾਹੇ ਮੈਂ ਅਮਰੀਕਾ 'ਚ ਬੋਲਾਂ, ਚਾਹੇ ਕੈਨੇਡਾ 'ਚ ਬੋਲਾਂ, ਚਾਹੇ ਆਸਟ੍ਰੇਲੀਆ 'ਚ ਬੋਲਾਂ, ਚਾਹੇ ਗ੍ਰੀਨਲੈਂਡ ਕਿਤੇ ਵੀ ਬੋਲਾਂ, ਚਾਹੇ ਇੰਡੀਆ 'ਚ ਬੋਲਾਂ, H2O ਇਜ਼ H2O। ਠੀਕ ਹੈ, ਸੋ ਜਿਹੜਾ ਵੀ ਸਾਨੂੰ ਪਾਣੀ ਮਿਲੇਗਾ, ਚਾਹੇ ਅਮਰੀਕਾ 'ਚ ਮਿਲੇਗਾ, ਚਾਹੇ ਇੰਡੀਆ 'ਚ ਮਿਲੇਗਾ, ਚਾਹੇ ਕਿਤੇ ਹੋਰ ਵੀ ਆਸਟ੍ਰੇਲੀਆ ਮਿਲੇਗਾ। ਠੀਕ ਹੈ, ਉਹਦੇ ਵਿੱਚ ਜਿਹੜਾ ਵਾਟਰ ਹੈ ਉਹਦਾ H2O, ਉਸ 'ਚ ਹਮੇਸ਼ਾ ਹਾਈਡਰੋਜਨ ਦੇ 2 ਹੋਣਗੇ ਤੇ ਆਕਸੀਜਨ ਦਾ 1 ਹੋਏਗਾ। ਇਹ ਮਿਲ ਕੇ ਹੀ ਕੀ ਬਣਾਉਣਗੇ, ਵਾਟਰ। ਠੀਕ ਹੈ ਜੀ, ਮਤਲਬ ਗੱਲ ਕਹਿੰਦਾ ਇਹੀ ਹੈ ਵੀ ਕੋਈ ਵੀ ਕੰਪਾਊਂਡ ਹੈ ਉਹ ਸੇਮ ਐਲੀਮੈਂਟਸ ਤੋਂ ਮਿਲ ਕੇ ਬਣਿਆ ਹੋਏਗਾ ਜਿਨ੍ਹਾਂ ਦੀ ਪ੍ਰਪੋਰਸ਼ਨੇਟ ਸੇਮ ਹੋਏ। ਠੀਕ ਹੈ, ਬਾਕੀ ਜੋ ਚੀਜ਼ਾਂ ਮੈਂ ਲਿਖੀਆਂ ਹੋਈਆਂ ਵਿੱਚ ਪੈਨਸਿਲ ਦੇ ਨਾਲ, ਉਹਨੂੰ ਤੁਹਾਨੂੰ ਇੰਨਾ ਰੀਡ ਆਊਟ ਕਰਨ ਦੀ ਲੋੜ ਨਹੀਂ ਹੈਗੀ। ਜੇ ਤੁਸੀਂ ਨੀਟ ਜਾਂ JEE ਦੇ ਐਸਪੀਰੈਂਟ ਹੋ ਤਾਂ ਤੁਸੀਂ ਰੀਡ ਕਰ ਸਕਦੇ ਹੋ, ਅਦਰਵਾਈਜ਼ ਸਾਨੂੰ ਇੰਨਾ ਸੋਚਣ ਦੀ ਲੋੜ ਨਹੀਂ, ਜਸਟ ਡੈਫੀਨੇਸ਼ਨ ਸਾਨੂੰ ਕਲੀਅਰ ਹੋਣੀਆਂ ਚਾਹੀਦੀਆਂ ਬਿਕੋਜ਼ ਤੁਸੀਂ ਇਹ ਸਟਾਰਟਿੰਗ ਕਰ ਰਹੇ ਹੋ। ਠੀਕ ਹੈ, ਔਰ ਲਾਅ ਆਫ ਡੈਫੀਨੇਟ ਪ੍ਰਪੋਰਸ਼ਨ ਜਿਹੜਾ ਆਪਾਂ ਪੜ੍ਹਿਆ ਹੁਣੇ, ਉਹਦਾ ਦੂਜਾ ਨਾਮ ਕੀ ਹੈ, ਲਾਅ ਆਫ ਡੈਫੀਨੇਟ ਕੰਪੋਜੀਸ਼ਨ। ਕੰਪੋਜੀਸ਼ਨ ਕੀ ਹੁੰਦਾ, ਕੋਈ ਵੀ ਚੀਜ਼ ਕਿਸ ਚੀਜ਼ ਤੋਂ ਕੰਪੋਜ਼ ਹੋਈ ਹੈ, ਬਣੀ ਹੈ। ਆਪਾਂ ਮਿਊਜ਼ਿਕ, ਗਾਣੇ ਵਗੈਰਾ ਸੁਣਦੇ ਹਾਂ, ਗਾਣੇ 'ਚ ਇੱਕ ਵਰਡ ਹੁੰਦਾ ਕੰਪੋਜੀਸ਼ਨ। ਕੰਪੋਜੀਸ਼ਨ ਹੁੰਦਾ ਵਿੱਚ ਮਿਊਜ਼ਿਕ ਕਿਹਨੇ ਦਿੱਤਾ ਹੈ। ਠੀਕ ਹੈ, ਮਤਲਬ ਕਿਹਨੇ ਆਪਣਾ ਸਮਝ ਲਓ ਯੋਗਦਾਨ ਵਿੱਚ ਪਾਇਆ ਹੈ। ਸੋ ਇਹਦੀ ਕੋਈ ਵੀ ਕੰਪਾਊਂਡ ਹੈ ਉਹਦੇ 'ਚ ਕੰਪੋਜੀਸ਼ਨ ਕੀ ਹੈ, ਕੰਪੋਜੀਸ਼ਨ ਮੀਨਸ ਉਹ ਕਿਹੜੀ ਚੀਜ਼ ਤੋਂ ਮਿਲ ਕੇ ਬਣਿਆ ਹੋਇਆ ਹੈ। ਠੀਕ ਹੈ, ਸੋ ਲਾਅ ਆਫ ਡੈਫੀਨੇਟ ਕੰਪੋਜੀਸ਼ਨ ਕੀ ਕਹਿੰਦਾ ਵੀ ਜਿਹੜੀ ਚੀਜ਼ ਤੋਂ ਮਿਲ ਕੇ ਬਣਿਆ ਉਹੀ ਚੀਜ਼ ਸੇਮ ਰਹੇਗੀ ਅੱਗੇ ਜਾ ਕੇ ਵੀ, ਹਰ ਕੰਪਾਊਂਡ ਦੀ ਸੇਮ ਰਹੇਗੀ, ਚਾਹੇ ਉਹ ਕਿਸੇ ਵੀ ਜਗ੍ਹਾ ਤੋਂ ਮਿਲ ਰਿਹਾ ਹੈ, ਕਿਸੇ ਵੀ ਸਟੇਟ 'ਚ ਮਿਲ ਰਿਹਾ ਹੈ। ਠੀਕ ਹੈ ਜੀ, ਨੈਕਸਟ ਜਿਹੜਾ ਸਾਡਾ ਫਾਰਮੂਲਾ ਹੈਗਾ, ਲਾਅ ਹੈਗਾ, ਦੈਟ ਇਜ਼ ਲਾਅ ਆਫ ਮਲਟੀਪਲ ਪ੍ਰਪੋਰਸ਼ਨ। ਸੋ ਲਾਅ ਆਫ ਮਲਟੀਪਲ ਪ੍ਰਪੋਰਸ਼ਨ ਬਹੁਤ ਮਸ਼ਹੂਰ ਸਾਇੰਟਿਸਟ ਨੇ, ਡਾਲਟਨ, ਉਹਨਾਂ ਨੇ ਦਿੱਤਾ ਸੀ 1803 ਦੇ ਵਿੱਚ। ਉਹ ਕੀ ਕਹਿੰਦੇ ਆ, ਇਹਨੂੰ ਥੋੜ੍ਹਾ ਪ੍ਰੈਕਟੀਕਲੀ ਦੇਖਣਾ ਪਏਗਾ। ਕੀ ਕਹਿੰਦੇ ਆ, ਇਫ 2 ਐਲੀਮੈਂਟਸ ਕੈਨ ਕੰਬਾਈਨ, ਕਹਿੰਦਾ ਮੈਂ ਉਹ ਕੀ ਕਹਿੰਦੇ ਆ ਵੀ ਕੋਈ 2 ਐਲੀਮੈਂਟਸ ਹੈ ਉਹਨਾਂ ਨੂੰ ਮੈਂ ਕੰਬਾਈਨ ਕੀਤਾ ਟੂ ਫਾਰਮ ਮੋਰ ਦੈਨ 1 ਕੰਪਾਊਂਡ। 2 ਐਲੀਮੈਂਟਸ ਲੈ ਲਏ, ਪਹਿਲੇ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ ਫਿਰ ਆਪਾਂ ਉਹਨੂੰ ਈਜ਼ੀਲੀ ਸਮਝਾਂਗੇ। ਕੋਈ 2 ਐਲੀਮੈਂਟਸ ਲੈ ਲਓ, ਉਹਨਾਂ ਨੂੰ ਕੰਬਾਈਨ ਕਰਕੇ 2 ਜਾਂ 3 ਕੰਪਾਊਂਡ ਬਣਾ ਲਓ। The masses of one element that combine with the fixed mass of the other element are in the ratio of say whole number। ਤੁਹਾਨੂੰ ਡੈਫੀਨੇਸ਼ਨ ਪੜ੍ਹ ਕੇ ਲੱਗਦਾ ਹੋਣਾ ਪਤਾ ਨਹੀਂ ਕਿੰਨੀ ਕੁ ਕੀ ਗੱਲ ਹੈ, ਕੋਈ ਗੱਲ ਨਹੀਂ, ਆਪਾਂ ਐਗਜ਼ਾਮਪਲ ਲੈਂਦੇ ਹਾਂ। ਠੀਕ ਹੈ, ਹੁਣ ਉਹਨੇ ਐਗਜ਼ਾਮਪਲ ਲਈ ਹੈ ਹਾਈਡਰੋਜਨ ਦੀ ਤੇ ਆਕਸੀਜਨ। ਇਹਨੇ ਕੀ ਕਿਹਾ ਸੀ, 2 ਐਲੀਮੈਂਟਸ ਲੈ ਲਓ। ਠੀਕ ਹੈ, ਅਸੀਂ 2 ਐਲੀਮੈਂਟਸ ਲੈ ਲਏ, ਹਾਈਡਰੋਜਨ ਤੇ ਆਕਸੀਜਨ। ਹੁਣ ਕੀ ਕਹਿੰਦਾ, ਉਹਨਾਂ ਨੂੰ ਮਿਲਾ ਲਓ, ਕੰਬਾਈਨ ਕਰ ਲਓ ਤੇ ਕੰਪਾਊਂਡ ਬਣਾ ਲਓ। ਠੀਕ ਹੈ, ਸਾਨੂੰ ਪਤਾ ਕੰਪਾਊਂਡ ਅਸੀਂ ਹੱਥੀਂ ਤਾਂ ਬਣਾ ਨਹੀਂ ਸਕਦੇ, ਲੈਬੋਰਟਰੀ 'ਚ ਬਣਾ ਲਏ, ਚਲੋ ਉਹ ਵੀ ਬਣਾ ਲਏ ਅਸੀਂ। ਹਾਈਡਰੋਜਨ ਤੇ ਆਕਸੀਜਨ ਨੂੰ ਕੰਬਾਈਨ ਕਰਕੇ ਵਾਟਰ ਬਣਾ ਲਿਆ, ਹਾਈਡਰੋਜਨ ਤੇ ਆਕਸੀਜਨ ਨੂੰ ਕੰਬਾਈਨ ਕਰਕੇ ਹਾਈਡਰੋਜਨ ਪਰਆਕਸਾਈਡ ਬਣ ਗਿਆ। ਮੈਨੂੰ ਲੱਗਦਾ ਇੱਥੇ ਤੱਕ ਤੁਹਾਡਾ ਕਲੀਅਰ ਹੋ ਜਾਵੇਗਾ। ਜੇ ਨਹੀਂ ਵੀ ਹੋਇਆ ਮੈਂ ਤੁਹਾਨੂੰ ਫਾਰਮੂਲਾ ਵੀ ਦੱਸ ਦਿੰਦੀ, ਹਾਈਡਰੋਜਨ ਇਜ਼ H2, ਆਕਸੀਜਨ O, ਔਰ ਮਿਲ ਕੇ ਬਣ ਗਿਆ H2O ਵਾਟਰ। ਠੀਕ ਹੈ, ਹਾਈਡਰੋਜਨ H2, ਆਕਸੀਜਨ O, ਔਰ ਮਿਲ ਕੇ ਬਣਦਾ ਹਾਈਡਰੋਜਨ ਪਰਆਕਸਾਈਡ। ਹਾਈਡਰੋਜਨ ਪਰਆਕਸਾਈਡ ਦਾ ਫਾਰਮੂਲਾ, ਠੀਕ ਹੈ, ਮੈਂ ਤੁਹਾਨੂੰ ਬਾਅਦ ਵਿੱਚ ਦੱਸ ਦੂੰਗੀ। ਸੋ ਤੁਹਾਡੇ ਲਈ ਕੁਐਸਚਨ ਹੈ ਹਾਈਡਰੋਜਨ ਪਰਆਕਸਾਈਡ ਦਾ ਫਾਰਮੂਲਾ ਦੱਸਣਾ। ਠੀਕ ਹੈ, ਤੁਸੀਂ ਲੱਭ ਕੇ ਚਲੋ ਅੱਗੇ ਕਰਦੇ ਹਾਂ। ਹੁਣ ਕੀ ਕਹਿੰਦਾ ਆ, ਹਾਈਡਰੋਜਨ ਤੇ ਹਾਈਡਰੋਜਨ ਮੈਂ ਕੀ ਕੀਤਾ, ਹੁਣ ਕੀ ਕੀਤਾ, ਕਹਿੰਦਾ ਹਾਈਡਰੋਜਨ ਆਕਸੀਜਨ ਮਿਲ ਕੇ ਵਾਟਰ ਬਣ ਗਿਆ, ਹਾਈਡਰੋਜਨ ਆਕਸੀਜਨ ਮਿਲ ਕੇ ਹਾਈਡਰੋਜਨ ਪਰਆਕਸਾਈਡ ਮਿਲ ਗਿਆ। ਹੁਣ ਹਾਈਡਰੋਜਨ ਤੇ ਹਾਈਡਰੋਜਨ ਦਾ ਮਾਸ ਫਿਕਸ ਕਰ ਦਿਓ, ਦੋਨਾਂ 'ਚ ਇੱਕ ਐਲੀਮੈਂਟ ਲੈ ਕੇ ਉਹਨਾਂ ਦਾ ਮਾਸ ਫਿਕਸ ਕਰ ਦਿਓ। ਸੋ ਮੈਂ ਹਾਈਡਰੋਜਨ ਦਾ ਮਾਸ ਫਿਕਸ ਕਰਤਾ ਵੀ ਮੈਂ 2 ਗ੍ਰਾਮ ਹੀ ਲੈਣਾ ਦੋਨਾਂ ਕੰਪਾਊਂਡਸ ਦੇ ਵਿੱਚ। ਦੂਜੀ ਗੱਲ ਕੀ ਕਹਿੰਦਾ ਪਿਆ, ਕਹਿੰਦਾ ਉਹਨਾਂ ਨੂੰ ਛੱਡ ਕੇ ਜਿਹੜਾ ਦੂਜਾ ਐਲੀਮੈਂਟ ਮੈਂ ਯੂਜ਼ ਕੀਤਾ ਹੈ। ਹੁਣ ਦੂਜਾ ਐਲੀਮੈਂਟ ਮੈਂ ਕਿਹੜਾ ਯੂਜ਼ ਕੀਤਾ ਹੈ, ਆਕਸੀਜਨ। ਪਹਿਲੇ ਵਾਲੀ ਇਕੁਏਸ਼ਨ 'ਚ ਆਕਸੀਜਨ ਕਿੰਨਾ ਹੈ, 16 ਗ੍ਰਾਮ ਹੈ। ਦੂਜੇ ਵਾਲੇ ਇਕੁਏਸ਼ਨ 'ਚ ਆਕਸੀਜਨ ਕਿੰਨਾ, 32 ਗ੍ਰਾਮ ਹੈ। ਕਹਿੰਦਾ ਜਦੋਂ ਮੈਂ ਇਹਨਾਂ ਦੀ ਰੇਸ਼ੋ ਕੱਢੂੰਗਾ ਨਾ, ਰੇਸ਼ੋ ਸਮਝਦੇ, ਉਹਨਾਂ ਨੂੰ ਡਿਵਾਈਡ ਕਰੂੰਗਾ ਤਾਂ ਉਹਨਾਂ ਦੀ ਜਿਹੜੀ ਰੇਸ਼ੋ ਆਏਗੀ ਹਮੇਸ਼ਾ ਡੈਫੀਨੇਟ ਸਿੰਪਲ ਰੇਸ਼ੋ ਆਏਗੀ। ਹੁਣ ਮੈਂ 16 ਤੇ 32 ਦੀ ਰੇਸ਼ੋ ਕੱਢਾਂ, ਦੋਨੋਂ 16 ਦੇ ਟੇਬਲ 'ਚ ਆ ਜਾਂਦੇ, ਸੋ 1:2
आएगी। सो यही साडा लॉ कहता है। हुण ध्यान नाल डेफिनेशन पढ़ो। इफ टू एलीमेंट्स कैन कंबाइन टू फॉर्म मोर दैन वन कंपाउंड, सो मैं की लिया सी हाइड्रोजन ते ऑक्सीजन दो एलीमेंट्स ले ले, उन्होंने कंबाइन करके दो कंपाउंड बना ले वाटर ते हाइड्रोजन परऑक्साइड। दैन द मासेस ऑफ द वन ऑफ द एलीमेंट दैट कंबाइन विद द फिक्सड मास ऑफ द अदर एलीमेंट। सो की कहंदा दोनों चों कोई एक ले लो जिन्हां दा मास फिक्स है, ਜਦੋਂ ਜਿਹੜੇ ਦੂਜੇ ਐਲੀਮੈਂਟਸ ਉਹਨਾਂ ਦੇ ਨਾਲ ਹੈਗੇ ਆ ਕੰਬਾਈਨ ਜਿਹੜੇ ਹੋ ਰਹੇ ਫਿਕਸਡ ਮਾਸ ਦੇ ਵਿੱਚ, ਅਦਰ ਐਲੀਮੈਂਟ ਜਿਹੜਾ ਨਾਲ ਦਾ ਐਲੀਮੈਂਟ ਹੋਏਗਾ ਉਹਨਾਂ ਦੇ ਜਿਹੜਾ ਮਾਸ ਹੋਏਗਾ ਉਹ ਇਨ ਦਾ ਸੇਮ ਹੋਲ ਨੰਬਰ ਰੇਸ਼ੋ ਹੋਏਗਾ। ਉਹ ਰੇਸ਼ੋ ਕਿਹੜੀ ਹੋਏਗੀ? ਸਮਾਲ ਹੋਲ ਨੰਬਰ ਰੇਸ਼ੋ। ਸੋ 16 ਤੇ 32 ਦੀ ਆਪਾਂ ਰੇਸ਼ੋ ਵੀ ਕੱਢ ਕੇ ਦੇਖ ਲਈ 1:2। ਮੈਨੂੰ ਉਮੀਦ ਹੈ ਤੁਹਾਨੂੰ ਇਹ ਲॉ ਕਲੀਅਰ ਹੋ ਜਾਇਆ ਕਰੇਗਾ। ਠੀਕ ਹੈ, ਡੈਫੀਨੇਸ਼ਨ ਦੇਖ ਕੇ ਘਬਰਾਉਣਾ ਨਹੀਂ ਹੈਗਾ, ਹੌਲੀ ਹੌਲੀ ਪੜ੍ਹਨਾ ਹੈ, ਐਗਜ਼ਾਮਪਲ ਨੂੰ ਈਜ਼ੀਲੀ ਸਮਝਣਾ, ਤੁਹਾਨੂੰ ਈਜ਼ੀਲੀ ਸਮਝ ਲੱਗ ਜਾਏਗਾ। ਜੇ ਤੁਹਾਨੂੰ ਹਜੇ ਵੀ ਕਲੀਅਰ ਨਹੀਂ ਹੋਇਆ ਕੋਈ ਗੱਲ ਨਹੀਂ, ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਕਰ ਦਿਓ, ਮੈਂ ਦੁਬਾਰਾ ਟਰਾਈ ਕਰੂੰਗੀ, ਦੁਬਾਰਾ ਇਹਨੂੰ ਐਕਸਪਲੇਨ ਕਰੂੰਗੀ। ਪਹਿਲਾਂ ਤਾਂ ਦੁਬਾਰਾ ਵੀਡੀਓ ਦੇਖ ਲਿਓ, ਜੇ ਫਿਰ ਵੀ ਨਹੀਂ ਸਮਝ ਲੱਗਾ ਫਿਰ ਮੈਂ ਕਾਪੀ ਪੈਨ ਦੇ ਨਾਲ ਤੁਹਾਨੂੰ ਲਿਖ ਕੇ ਦੁਬਾਰਾ ਸਮਝਾਉਂਗੀ ਖੁਦ ਆਪਣੇ ਹੱਥ 'ਤੇ। ਠੀਕ ਹੈ ਜੀ। ਐਕਚੁਅਲੀ ਟਾਈਮ ਦੀ ਥੋੜ੍ਹੀ ਸ਼ਾਰਟੇਜ ਚੱਲ ਰਹੀ ਹੈ, ਮੇਰੇ ਕੋਲ ਵੀ ਮੇਰੇ ਐਗਜ਼ਾਮ ਚੱਲ ਰਹੇ ਆ, ਸੋ ਇਹਦੇ ਕਰਕੇ ਥੋੜ੍ਹਾ ਜਿਹਾ ਔਖਾ ਹੋ ਜਾਂਦਾ। ਸੋ ਸੌਰੀ, ਰੀਅਲੀ ਸੌਰੀ। ਜਿਹੜੇ ਮੈਨੂੰ ਕਹਿ ਰਹੇ ਸੀ ਵੀਡੀਓਜ਼ ਬਣਾ ਲਓ ਔਰ ਮੈਂ ਬਣਾ ਨਹੀਂ ਸਕੀ, ਸੋ ਤਾਂ ਹੀ ਅੱਜ ਮੈਂ ਟਰਾਈ ਕੀਤਾ ਵੀ ਇਹ ਵਾਲਾ ਚੈਪਟਰ ਮੈਂ ਕੰਪਲੀਟ ਕਰਦਾ। ਨੋਟਸ ਪ੍ਰੋਵਾਈਡ ਕਰਨੇ ਥੋੜ੍ਹੇ ਜਿਹੇ ਔਖੇ ਹੋ ਜਾਣਗੇ ਅਤੇ ਪਰ ਮੈਂ ਟਰਾਈ ਕਰੂੰਗੀ ਵੀ ਲੈਕਚਰ ਐਟਲੀਸਟ ਲੈਕਚਰ ਰਿਕਾਰਡ ਕਰ ਲਾਂ। ਠੀਕ ਹੈ, ਸੋ ਨੈਕਸਟ ਲਾਅ 'ਤੇ ਆਪਾਂ ਪ੍ਰੋਸੀਡ ਕਰਦੇ ਹਾਂ। ਨੈਕਸਟ ਲਾਅ ਹੈ ਗੇ-ਲੁਸੈਕਸ ਲਾਅ ਆਫ ਗੈਸ਼ੀਅਸ ਵੋਲਿਊਮਸ। ਠੀਕ ਹੈ, ਸੋ ਗੇ-ਲੁਸੈਕਸ ਸਾਇੰਟਿਸਟ ਦਾ ਨਾਮ ਹੈ, ਉਹਨਾਂ ਨੇ ਲਾਅ ਦਿੱਤਾ ਗੈਸ਼ੀਅਸ ਵੋਲਿਊਮਸ। ਠੀਕ ਹੈ, ਸੋ ਡੈਫੀਨੇਸ਼ਨ ਪੜ੍ਹਾਂਗੇ ਤਾਂ ਸਮਝ ਲੱਗ ਜਾਏਗਾ ਸਾਨੂੰ। ਹੁਣ ਉਹ ਕੀ ਕਹਿੰਦੇ ਆ, when gases combine or produced in a chemical reaction, they do so in the simple ratio by volumes provided all gases are at the same temperature and pressure। ਕੁਝ ਕਹਿ ਸਕਦੇ ਆਪਾਂ, ਪਹਿਲੇ ਵਾਲੇ ਦੇ ਨਾਲ ਮਿਲਦਾ ਹੀ ਹੈ। ਕਹਿੰਦਾ ਕੀ ਹੈ, ਜਦੋਂ ਗੈਸਿਸ ਇੱਕ ਤੋਂ ਜ਼ਿਆਦਾ ਗੈਸਿਸ ਕੰਬਾਈਨ ਕਰਦੇ ਆਪਾਂ ਕਿਸੇ ਵੀ ਕੈਮੀਕਲ ਰਿਐਕਸ਼ਨ ਦੇ ਵਿੱਚ, ਤਾਂ ਉਹ ਹਮੇਸ਼ਾ ਵੋਲਿਊਮ ਉਹਨਾਂ ਦਾ ਸਿੰਪਲ ਰੇਸ਼ੋ 'ਚ ਹੋਏਗਾ। ਆਪਾਂ ਪ੍ਰੋਵਾਈਡ ਕੀ ਕਰਨਾ ਵੀ ਗੈਸਿਸ ਦਾ ਟੈਂਪਰੇਚਰ ਪ੍ਰੈਸ਼ਰ ਸੇਮ ਰਵੇ। ਠੀਕ ਹੈ, ਸੋ ਉਹਦੇ ਵਿੱਚ ਉਹਨੇ ਐਗਜ਼ਾਮਪਲ ਲਈ ਹੈ, ਐਗਜ਼ਾਮਪਲ ਲਈ ਉਹਨੇ 100 ml ਆਫ ਹਾਈਡਰੋਜਨ ਨੂੰ ਮੈਂ ਕੰਬਾਈਨ ਕੀਤਾ 50 ml ਆਫ ਆਕਸੀਜਨ, ਅਤੇ ਉਹਨੇ ਮੈਨੂੰ ਮਿਲ ਕੇ ਕੀ ਬਣਾ ਦਿੱਤਾ 100 ml ਆਫ ਵਾਟਰ। ਸੋ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਹਾਈਡਰੋਜਨ ਅਤੇ ਆਕਸੀਜਨ ਦੀ ਰੇਸ਼ੋ ਕੱਢੀਏ, ਸੋ 100:50 ਕਿੰਨਾ ਬਣ ਜਾਏਗਾ 2:1। ਸੋ ਇਹਦਾ ਮਤਲਬ ਕੀ ਹੈ ਵੀ ਜਿਹੜਾ ਵੋਲਿਊਮ ਹੈ ਉਹ ਵੀ ਹਮੇਸ਼ਾ ਫਿਕਸਡ ਰੇਸ਼ੋ 'ਚ ਰਹੇਗਾ। ਠੀਕ ਹੈ ਜੀ। ਸੋ ਗੇ-ਲੁਸੈਕਸ discovery of integer ratio is volume relationship is actually the law of definite proportion by volume। ਆਪਾਂ ਹੁਣੇ ਪਿੱਛੇ ਪੜ੍ਹਿਆ ਸੀ law of definite proportion, ਉਹਦੇ 'ਚ ਆਪਾਂ ਗੱਲ ਕੀਤੀ ਸੀ weight ਦੀ। ਠੀਕ ਹੈ, ਗੇ-ਲੁਸੈਕ ਦਾ ਐਕਚੁਅਲੀ ਲਾਅ ਐਕਸਪਲੇਨ ਕੀ ਕਰਦਾ ਹੈ, ਇਹ ਵੀ ਡੈਫੀਨੇਟ ਪ੍ਰਪੋਰਸ਼ਨ ਹੀ ਹੈ। ਦੇਖੋ ਮੈਂ ਰੇਸ਼ੋ ਹੀ ਕੱਢ ਰਹੀ ਹਾਂ, ਦੋ ਐਲੀਮੈਂਟਸ ਜਿਹੜੇ ਐਡ ਕੀਤੇ ਆ, ਪਰ ਇਹ ਕਾਹਦੀ ਗੱਲ ਕਰ ਰਿਹਾ, ਵੋਲਿਊਮ ਦੀ ਗੱਲ ਕਰ ਰਿਹਾ। ml ਲੀਟਰ ਵੋਲਿਊਮ ਦੀਆਂ ਯੂਨਿਟਸ ਹੈ। ਠੀਕ ਹੈ, ਸੋ ਇਹਨੂੰ ਆਪਾਂ law of definite proportion by volume ਵੀ ਕਹਿ ਸਕਦੇ ਹਾਂ, ਇਹਦਾ ਦੂਜਾ ਨਾਮ। ਠੀਕ ਹੈ ਜੀ। ਸੋ ਨੈਕਸਟ ਜਿਹੜੀ ਚੀਜ਼ ਹੈ ਸਾਡੀ ਉਹ ਹੈਗੀ ਆ ਐਵੋਗੈਡਰੋਸ ਲਾਅ। ਐਵੋਗੈਡਰੋ ਇਜ਼ ਅਗੇਨ ਸਾਇੰਟਿਸਟ ਦਾ ਨਾਮ ਹੈ। ਠੀਕ ਹੈ, ਸੋ ਐਵੋਗੈਡਰੋ ਨੇ ਜਿਹੜਾ ਲਾਅ ਦਿੱਤਾ ਹੈ ਉਹ ਆਪਾਂ ਪੜ੍ਹਾਂਗੇ। ਕਹਿੰਦਾ ਐਵੋਗੈਡਰੋ ਪ੍ਰਪੋਜ਼ ਦੈਟ ਇਕੁਅਲ ਵੋਲਿਊਮਸ ਆਫ ਗੈਸਿਸ ਐਟ ਦ ਸੇਮ ਟੈਂਪਰੇਚਰ ਐਂਡ ਪ੍ਰੈਸ਼ਰ ਸ਼ੁੱਡ ਕੰਟੇਨ ਇਕੁਅਲ ਨੰਬਰ ਆਫ ਮੋਲੀਕਿਊਲਸ। ਠੀਕ ਹੈ, ਮੈਨੂੰ ਲੱਗਦਾ ਤੁਹਾਨੂੰ ਇਹ ਸਮਝਣ ਤੋਂ ਪਹਿਲਾਂ ਇੱਕ ਵਰਡ ਕਲੀਅਰ ਹੋਣਾ ਚਾਹੀਦਾ, ਐਟਮ ਅਤੇ ਮੋਲੀਕਿਊਲ 'ਚ ਡਿਫਰੈਂਸ ਕੀ ਹੈ। ਪਿੱਛੇ ਸ਼ਾਇਦ ਨਹੀਂ ਪੜ੍ਹਿਆ, ਕੋਈ ਗੱਲ ਨਹੀਂ ਆਪਾਂ ਅੱਗੇ ਪੜ੍ਹਾਂਗੇ। ਐਟਮ ਕੀ ਹੁੰਦਾ ਹੈ ਅਤੇ ਮੋਲੀਕਿਊਲ ਕੀ ਹੁੰਦਾ ਹੈ। ਠੀਕ ਹੈ, ਸੋ ਐਟਮ ਅਤੇ ਮੋਲੀਕਿਊਲ, ਐਟਮ ਦੀ ਡੈਫੀਨੇਸ਼ਨ ਪੜ੍ਹੀ ਹੋਈ, ਐਟਮ ਇਜ਼ ਦ ਸਮੋਲੈਸਟ ਪਾਰਟੀਕਲ ਆਫ ਐਨ ਐਲੀਮੈਂਟ। ਮਤਲਬ ਕਿਸੇ ਵੀ ਐਲੀਮੈਂਟ ਦਾ ਮੈਂ ਛੋਟੇ ਤੋਂ ਛੋਟਾ ਉਹਨੂੰ ਪਾਰਟ ਕਰਾਂ ਤਾਂ ਉਹ ਕੀ ਬਣਦਾ ਹੈ, ਐਟਮ। ਠੀਕ ਹੈ, ਡਾਲਟਨ ਦੀ ਥਿਊਰੀ ਆਪਾਂ ਅੱਗੇ ਪੜ੍ਹਾਂਗੇ, ਉਹ ਕਹਿੰਦਾ ਸੀ ਐਟਮ ਨੂੰ ਮੈਂ ਅੱਗੇ ਡਿਵਾਈਡ ਨਹੀਂ ਕਰ ਸਕਦਾ ਹੈ, ਬਟ ਅੱਜ ਕੱਲ੍ਹ ਐਟਮਸ ਨੂੰ ਬਹੁਤ ਸਾਰਾ ਡਿਵਾਈਡ ਕਰ ਚੁੱਕਿਆ ਸੀ ਆਪਾਂ, ਇਲੈਕਟ੍ਰੋਨਸ, ਪ੍ਰੋਟੋਨਸ, ਨਿਊਟਰੋਨ, ਤੁਸੀਂ ਵਰਡ ਸੁਣੇ ਹੋਣਗੇ, ਨਹੀਂ ਵੀ ਸੁਣੇ ਕੋਈ ਗੱਲ ਨਹੀਂ, ਅਗਲੇ ਚੈਪਟਰਸ ਆਉਣਗੇ। ਠੀਕ ਹੈ, ਸੋ ਐਟਮ ਕੀ ਹੈ, ਕੋਈ ਵੀ ਐਲੀਮੈਂਟ ਹੈ ਉਹਦਾ ਸਮੋਲੈਸਟ ਪਾਰਟ ਜਿਹੜਾ ਆ ਉਹਨੂੰ ਮੈਂ ਐਟਮ ਕਹਿੰਦੀ ਹਾਂ। ਠੀਕ ਹੈ, ਨੈਕਸਟ ਚੀਜ਼ ਹੈ ਮੋਲੀਕਿਊਲ। ਹੁਣ ਮੋਲੀਕਿਊਲ ਕੀ ਹੁੰਦਾ ਹੈ, ਲਿਟਲ ਬਿਟ ਸੇਮ ਹੈ, ਥੋੜ੍ਹਾ ਜਿਹਾ ਫਰਕ ਹੈ। ਮੋਲੀਕਿਊਲ ਕੀ ਹੈ, ਜਦੋਂ ਮੈਂ ਇੱਕ ਤੋਂ ਜ਼ਿਆਦਾ ਐਟਮਸ ਨੂੰ ਕੰਬਾਈਨ ਕਰਤਾ ਉਹ ਮੋਲੀਕਿਊਲ ਬਣ ਜਾਣਗੇ। ਠੀਕ ਹੈ, ਕਿਉਂ ਐਟਮ ਬਣਦੇ, ਕਿਉਂ ਮੋਲੀਕਿਊਲ ਬਣਦੇ, ਇੰਨਾ ਸੋਚਣ ਦੀ ਲੋੜ ਨਹੀਂ, ਜਸਟ ਇਹ ਸੋਚਣਾ ਜੇ ਮੈਂ ਗੱਲ ਕਰਾਂ ਹਾਈਡਰੋਜਨ, ਤੁਸੀਂ ਕਈ ਵਾਰ ਦੇਖਿਆ ਹੋਣਾ ਹਾਈਡਰੋਜਨ ਦੀ ਜਦੋਂ ਆਪਾਂ ਕਿਸੇ ਰਿਐਕਸ਼ਨ 'ਚ ਦੇਖਦੇ ਹਾਂ ਨਾ, ਉਹ H ਘੱਟ ਹੁੰਦਾ ਅਤੇ H2 ਜ਼ਿਆਦਾ ਹੁੰਦਾ। ਠੀਕ ਹੈ, H ਬਹੁਤ ਘੱਟ ਯੂਜ਼ ਹੁੰਦਾ, H2 ਜ਼ਿਆਦਾ ਹੁੰਦਾ। H ਇਜ਼ ਐਟਮ ਆਫ ਹਾਈਡਰੋਜਨ, H2 ਇਜ਼ ਮੋਲੀਕਿਊਲ ਆਫ ਹਾਈਡਰੋਜਨ, ਕਿਉਂਕਿ ਮੋਲੀਕਿਊਲ ਕੀ ਹੈ, ਐਟਮ ਤੋਂ ਮਿਲ ਕੇ ਬਣਿਆ, ਇੱਕ ਤੋਂ ਜ਼ਿਆਦਾ ਐਟਮਸ ਤੋਂ। ਜੇ H ਇਕੱਲਾ ਆ ਮਤਲਬ ਉਹਦੇ ਵਿੱਚ ਕੀ ਹੈ, ਇੱਕ ਐਟਮ ਹੈ ਹਾਈਡਰੋਜਨ ਦਾ। ਜੇ H2 ਹੈ ਮੀਨਸ ਉਹਦੇ ਵਿੱਚ ਦੋ ਐਟਮਸ ਨੇ ਹਾਈਡਰੋਜਨ ਦੇ, ਤਾਂ ਉਹਨੂੰ ਆਪਾਂ ਇੱਕ ਮੋਲੀਕਿਊਲ ਕਹਿੰਦੇ ਹਾਂ ਹਾਈਡਰੋਜਨ।
ठीक है। एटम ते मॉलिक्यूल आप अगे थोड़ा एलैबोरेट करांगे। सो हुण की कह रहे हैं, इक्वल वॉल्यूम ऑफ गैसेज एट द सेम टैंपरेचर एंड प्रेशर शुड कंटेन इक्वल नंबर ऑफ मॉलिक्यूल्स। कहता मैं डिफरेंट गैसेज लै रही ठीक है, जिन्हों का वॉल्यूम सेम है। फॉर एग्जाम्पल मैं गल कर ला हाइड्रोजन लै ला, ऑक्सीजन लै ला, ठीक है, 2 गैसेज लै लिया, मैं नाइट्रोजन लै ला H2N2, ठीक है। उन्होंने गल की उन्होंने मैं सेम टैंपरेचर ते प्रैशर ते रखता अलग अलग कंटेनर, ठीक है। कहता ये लॉ की कहता जिहड़ा वॉल्यूम उन्होंने सेम रख लिया, मैं तिना का 50-50 ml रख लिया, गैसेज भी रख लिया हाइड्रोजन ऑक्सीजन ते नाइट्रोजन। कहते उन्होंने जिहड़े मॉलिक्यूल्स वो सेम होंगे, जिन्ने उस टाइम ते उस वॉल्यूम के जिन्ने एटम हाइड्रोजन के होंगे उन्ने ही ऑक्सीजन के होंगे, उन्ने ही नाइट्रोजन के होंगे। इतने मेरे कहने का मतलब इसे तिन्हों अलग अलग कंटेनर्स रखा, इकट्ठे नहीं रखना, अलग अलग कंटेनर्स। एक कंटेनर हाइड्रोजन रख ली, एक कंटेनर ऑक्सीजन रख लिया, एक कंटेनर नाइट्रोजन रख लिया, ठीक है। और जो उन्होंने वॉल्यूम सेम है 50-50 ml ले आ, तो उन्होंने इक्वल नंबर ऑफ मॉलिक्यूल्स होंगे। प्रोवाइड की करना मैं उन्होंने टैंपरेचर ते प्रैशर सेम रखने, ठीक है जी। ओके, इतने हम नैक्सट एक लाइन में अंडरलाइन की है, पॉली एटॉमिक वर्ड है, छोटा जहा वर्ड है पॉली एटॉमिक की होंगे। पॉली मतलब की होंगे ज़्यादा, एटॉमिक मीनस एटम, मतलब कोई भी चीज़ ये एक तो ज़्यादा एटम्स हो उन्होंने मैं पॉलीएटॉमिक कहते हैं, ठीक है। सो इतने एक लाइन लिखी पढ़ी लेने, एवोगैड्रो कुड एक्सप्लेन द अबव रिजल्ट बाय कंसीडरिंग द मॉलिक्यूल्स टू बी पॉलीएटॉमिक, ठीक है। कहते जो ये रिजल्ट उन्हें कढ़िया सी एवोगैड्रो ने जो सानू लॉ दिता है, वो किदा दिता, उन्हें मॉलिक्यूल ने की मनिया भी एक तो ज़्यादा एटम्स है वो मॉलिक्यूल बनते हैं, ठीक है। ओबीअस आप हुणी पढ़ के दस के हटी में होनी भी मॉलिक्यूल की होंगे जो एक तो ज़्यादा एटम्स कंबाइन होंगे हैं, सो आप पॉलीएटॉमिक भी कह सकते हैं, ठीक है जी। ओके, हम नैक्सट जी चीज़ है लाइनस अंडरलाइन की फिर सेम वही गल नीट जेई वाले पढ़ सकते हैं, बाकी इन्ना सोचने की लोड़ नहीं, जस्ट डेफिनेशंस पढ़नी है, ज़्यादा पढ़ोगे तो कन्फ्यूज़ होंगे, ठीक है। नैक्सट चीज़ है डाल्टन्स एटॉमिक थ्योरी, ठीक है। डाल्टन की एटॉमिक थ्योरी की कहती है, डाल्टन एक साइंटिस्ट है, आप एटम पढ़ के हटे, एटम की होंगे स्मॉलेस्ट पार्टिकल ऑफ एनी एलीमेंट, ठीक है। मोटा छोटा जो भी किसी भी एटम का सॉरी किसी भी एलीमेंट का पार्ट हो मैं एटम कहनी है, ठीक है। सो किसी ने किसी का वो एक्सप्लेन किया होगा ना भी एटम की है, सो किन्होंने एक्सप्लेन किया, डाल्टन ने एक्सप्लेन किया, और उन्होंने एटॉमिक थ्योरी है। मैं तो यही सजेस्ट करूँगी पेपर से तुम जरूर पढ़ के जाओ, कई बार बहुत ईजी क्वेश्चन आ जाता और ये पॉइंट्स भी बहुत ईजी, ठीक है। सो सब तो पहला की कहते हैं, In 1808, Dalton published a new system of chemical philosophy in which he proposed the following. Dalton ने एक पब्लिश की सी a new system of chemical philosophy जिहदे विच उन्होंने लॉज दिते सी, ठीक है। सो सब तो पहला लॉज है मैटर कंसिस्ट ऑफ इनडिविजिबल एटम्स। कहता जिहड़ा मैटर है वो कितों बनया होया, एटम्स तो बनया होया, किहड़े इनडिविजिबल जिन्होंने मैं तोड़ नहीं सकती। हजे सिर्फ डाल्टन की गल कर रहे हैं, आप एक्चुअल की गल कर रहे हैं, कुछ ना कुछ सोधा हुई होंगियां, हौली हौली पढ़ांगे। सो फिलहाल तुसीं सिर्फ डेफिनेशन से पॉइंट से ध्यान दो कि कह रहे हैं भी जो मैटर है वो किस तो बनया होया, इनडिविजिबल एटम्स तो। हुण आपां नूं पता जो मैटर की है, कोई भी चीज़ जो थां घेरदी और जिहदा वेट है वो की है, कोई एलीमेंट कंपाउंड कुछ तो होएगा ही है ना, मैटर है। उन्होंने जो मैं छोटा तो छोटा कटूंगी वो की बन गया एटम। वही गल उन्होंने कही सी भी जो मैटर है वो किस तो बनया होया, एटम्स तो बनया होया, पर उन्होंने एक वर्ड यूज़ किया इनडिविजिबल। उन्होंने की किया भी जो एटम है मैं अगे नहीं तोड़ सकती, मतलब छोटे तो छोटा तोड़िया गया तो मेरा एटम है, ठीक है। ओके, नेक्स्ट चीज़ है all the atoms of a given element have identical properties including identical mass. Atoms of different elements differ in mass, ठीक है। तो जनरल जी गल है की कह रहे हैं भी सारे जिन्ने भी एटम्स होंगे एक एलीमेंट है। फॉर एग्जाम्पल मैं गल कर ला, 2 एलीमेंट्स ले ला कॉपर ते गोल्ड, ठीक है। हुण जे मैं गोल्ड का एक एलीमेंट ले लिया, गोल्ड का कोई पार्टिकल एलीमेंट ही ले लिया, ठीक है, सोने का बिस्किट ही ले लिया, ठीक है। उन्होंने मैं बरीक तो बरीक तोड़ूंगी, बरीक तो बरीक देखूंगी तो वो एटम आएगा। सो मैं देखूंगी वो जिन्ने भी गोल्ड के एटम होंगे सारे एक दूजे नाल रलते होंगे, सारिਆਂ ਦੀਆਂ सेम प्रॉपर्टीज होंगे। जे मैं गोल्ड ਨੂੰ किसी रिएक्शन यूज़ करना, मैं कोई भी एटम यूज़ कर ला ना ਉਹਦਾ, सारिਆਂ ਦੀਆਂ प्रॉपर्टीज सेम ही होंगे, कोई डिफरेंट नहीं होएगा। ये नहीं होएगा मिडल वाला थोड़ा ज़्यादा वधिया होएगा, साइड वाला घट वधिया होएगा, इदां दा कुछ नहीं होएगा। एटम्स किसी भी एलीमेंट के सारिਆਂ ਦੀਆਂ प्रॉपर्टीज आइडेंटिकल होणगियां, सेम होणगियां, ठीक है।